ਵਾਹਿਗੁਰੂ 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 ਵਾਹਿਗੁਰੂ। ਆਓ ਅੱਜ ਸੰਗਰਾਂਦ ਦਾ ਦਿਨ ਹੋਣ ਕਰਕੇ ਜੋ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਜੋ ਇਸ ਮਹੀਨੇ ਦੇ ਸ਼ਬਦ ਦੀ ਵਿਚਾਰ ਹੈ ਉਸ ਦੇ ਆਪਾਂ ਅੱਖਰੀ ਅਰਥ ਜੋ ਹਨ ਸਰਵਣ ਕਰੀਏ ਜੀ। ਭੂਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਹ। ਪੋਹ ਦੇ ਮਹੀਨੇ ਦੇ ਵਿੱਚ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਜਿਨ੍ਹਾਂ ਦੇ ਗਲੇ ਦੇ ਨਾਲ ਉਹ ਪ੍ਰਭੂ ਪਤੀ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ, ਉਹਨਾਂ ਨੂੰ ਕਹਿੰਦੇ ਪੋਹ ਦੇ ਮਹੀਨੇ ਦੇ ਵਿੱਚ ਜਿਹੜਾ ਤੁਖਾਰ ਕੋਰਾ ਆਦਿਕ ਹੈ ਨਾ, ਉਹ ਵਿਆਪਦਾ ਨਹੀਂ ਹੈ। ਜਿੱਥੇ ਵਾਹਿਗੁਰੂ ਦੇ ਪਿਆਰਿਆਂ ਨੂੰ ਅਗਨ ਨਹੀਂ ਵਿਆਪਦੀ ਹੈ, ਉੱਥੇ ਵਾਹਿਗੁਰੂ ਦੇ ਪਿਆਰਿਆਂ ਨੂੰ ਠੰਡ ਵੀ ਨਹੀਂ ਵਿਆਪਦੀ ਹੈ। ਬਾਹਰੀ ਰੂਪ ਦੇ ਵਿੱਚ, ਬਹਿਰੂਨੀ ਰੂਪ ਦੇ ਵਿੱਚ ਜਿੱਥੇ ਉਹ ਠੰਡ ਤੋਂ ਵੀ ਉੱਪਰ ਉੱਠ ਜਾਂਦੇ ਹਨ, ਅਗਨ ਤੋਂ ਵੀ ਉੱਪਰ ਉੱਠ ਜਾਂਦੇ ਹਨ। ਦੇਖੋ ਕਿਤਨੀ ਕਿਤਨੀ ਠੰਡ ਹੁੰਦੀ ਹੈ। ਰਿਸ਼ੀ ਮੁਨੀ ਮਹਾਤਮਾ ਲੋਕ ਬਰਫਾਂ ਦੇ ਵਿੱਚ ਬੈਠ ਕੇ ਤਪ ਕਰਦੇ ਰਹਿੰਦੇ ਹਨ, ਸਿਮਰਨ ਕਰਦੇ ਰਹਿੰਦੇ ਹਨ। ਆ ਜਿਹੜੇ ਅੱਜ ਤੋਂ ਪੰਦਰਵਾੜਾ ਸ਼ੁਰੂ ਹੋ ਰਿਹਾ ਹੈ, ਸ਼ਹੀਦੀ ਦਿਹਾੜੇ ਸਾਹਿਬਜ਼ਾਦਿਆਂ ਦੇ, ਸ਼ਹੀਦ ਸਿੰਘਾਂ ਦੇ, ਮਾਤਾ ਜੀ ਦੇ, ਕਿਤਨੀ ਠੰਡ ਹੈ। ਪਰ ਸਾਧ ਸੰਗਤ ਜੀ ਆਪਣੇ ਇਰਾਦਿਆਂ ਦੇ ਵਿੱਚ ਪਰਪੱਕ ਰਹੇ ਹਨ, ਉਹਨਾਂ ਨੂੰ ਕੋਈ ਡੁਲਾ ਨਹੀਂ ਸਕਿਆ ਹੈ। ਠੰਡਾ ਬੁਰਜਾਂ ਦੇ ਵਿੱਚ ਵੀ ਨਾਮ ਦਾ ਨਿੱਘ ਜਿਹੜਾ ਹੈ ਨਾ, ਉਹਨਾਂ ਨੂੰ ਮਿਲਦਾ ਰਿਹਾ ਹੈ। ਉਹਨਾਂ ਦੇ ਪਾਸ ਸਿਮਰਨ ਸੀ, ਉਹਨਾਂ ਦੇ ਪਾਸ ਨਿਤਨੇਮ ਸੀ। ਦੂਸਰਾ ਜੋ ਅੰਦਰੂਨੀ ਰੂਪ ਦੇ ਵਿੱਚ, ਰੂਹਾਨੀਅਤ ਰੂਪ ਦੇ ਵਿੱਚ ਜਿਹੜੇ ਸੰਸਾਰ ਦੇ ਦੁੱਖ ਅਤੇ ਸੁੱਖ ਹਨ, ਉਹਨਾਂ ਤੋਂ ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹ ਉੱਪਰ ਉੱਠ ਜਾਂਦੇ ਹਨ। ਜਿੱਥੇ ਜੇਠ ਹਾੜ ਦੀ ਜਿਹੜੀ ਤਪਸ਼ ਹੈ ਉਹ ਉਹਨਾਂ ਨੂੰ ਨਹੀਂ ਵਿਆਪਦੀ ਹੈ, ਜਿੱਥੇ ਸੰਸਾਰ ਦੇ ਦੁੱਖ ਉਹਨਾਂ ਨੂੰ ਨਹੀਂ ਵਿਆਪਦੇ ਹਨ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਸਾਧ ਸੰਗਤ ਜੀ, ਭਾਵੇਂ ਲੱਕੜਾਂ ਦੀ ਅਗਨ ਹੋਵੇ, ਉਹ ਵੀ ਅਗਨ ਹੈ, ਉਹਦਾ ਵੀ ਸੇਕ ਹੀ ਹੈ। ਭਾਵੇਂ ਬਰਫ਼ ਹੋਵੇ, ਉਹਦੀ ਤਸੀਰ ਵੀ ਗਰਮ ਹੀ ਹੁੰਦੀ ਹੈ। ਭਾਵ ਜਿਹੜੇ ਦੁੱਖ ਬੰਦੇ ਨੂੰ ਦੁਖੀ ਕਰਦੇ ਹਨ, ਇਸੇ ਤਰ੍ਹਾਂ ਜਿਹੜੇ ਸੁੱਖ ਹਨ ਉਹ ਵੀ ਬੰਦੇ ਨੂੰ ਦੁਖੀ ਹੀ ਕਰਦੇ ਹਨ। ਬਰਫ਼ ਦੀ ਤਸੀਰ ਵੀ ਗਰਮ ਹੀ ਹੁੰਦੀ ਹੈ। ਵਾਹਿਗੁਰੂ ਦੇ ਪਿਆਰੇ ਜਿਹੜੇ ਹਨ ਉਹ ਜਿੱਥੇ ਦੁੱਖਾਂ ਤੋਂ ਉੱਪਰ ਉੱਠ ਜਾਂਦੇ ਹਨ, ਉੱਥੇ ਸੁੱਖਾਂ ਤੋਂ ਵੀ ਉੱਪਰ ਉੱਠ ਜਾਂਦੇ ਹਨ। ਉਹਨਾਂ ਨੂੰ ਤੁਖਾਰ ਜਿਹੜਾ ਕੋਰਾ ਹੈ ਨਾ, ਉਹ ਵਿਆਪਦਾ ਨਹੀਂ ਹੈ। ਜਿਵੇਂ ਪਾਵਨ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ, ਕਈ ਵਾਰੀ ਜੀਵ ਜਿਹੜੇ ਹਨ ਦੁੱਖਾਂ ਦੇ ਵਿੱਚ ਡੋਲ ਜਾਂਦੇ ਹਨ, ਕਈ ਵਾਰੀ ਸੁੱਖਾਂ ਦੇ ਵਿੱਚ ਡੋਲ ਜਾਂਦੇ ਹਨ। ਸਿਮਰਨ ਛੁੱਟ ਜਾਂਦਾ ਹੈ, ਗੁਰੂ ਘਰ ਆਉਣਾ ਛੁੱਟ ਜਾਂਦਾ ਹੈ, ਨਿਤਨੇਮ ਰਹਿ ਜਾਂਦਾ ਹੈ, ਇੰਨੇ ਸੁੱਖਾਂ ਦੇ ਵਿੱਚ ਗਲਤਾਨ ਹੋ ਜਾਂਦੇ ਹਨ। ਮਹਾਰਾਜ ਪਾਵਨ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋ ਏਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਿਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿਨ ਸਿਉ ਲਾਇਆ ਚਿਤ ਜੀਓ। ਕਹਿੰਦੇ ਜਿਸ ਮਾਲਕ ਨੇ ਸਾਰੇ ਪਦਾਰਥ ਦਿੱਤੇ ਸਨ, ਉਹਨੂੰ ਤਾਂ ਭੁਲਾ ਹੀ ਦਿੱਤਾ। ਇਹਨਾਂ ਪਦਾਰਥਾਂ ਦੇ ਵਿੱਚ ਹੀ ਗਲਤਾਨ ਹੋ ਕੇ ਰਹਿ ਗਏ। ਬਹੁਤ ਕੁਝ ਦਿੱਤਾ ਮਾਲਕ ਨੇ, ਪਰ ਕਹਿੰਦੇ ਜੋ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਨੂੰ ਜਿਹੜਾ ਤੁਖਾਰ, ਇਹ ਜਿਹੜੇ ਸੁੱਖ ਹਨ ਉਹ ਵੀ ਵਿਆਪਦੇ ਹੀ ਨਹੀਂ ਹਨ। ਸੁੱਖਾਂ ਦੇ ਸੇਕ ਤੋਂ ਵੀ ਉਹ ਬਚ ਜਾਂਦੇ ਹਨ।
ਜਿਨ੍ਹਾਂ ਦੇ ਗਲੇ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਪ੍ਰਭੂ ਪਤੀ ਮਿਲ ਜਾਂਦਾ ਹੈ। ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ। ਮਨ ਜੋ ਹੈ ਕਹਿੰਦੇ ਜਿਸ ਤਰ੍ਹਾਂ ਭੌਰਾ ਕਮਲ ਦੇ ਨਾਲ ਵਿੰਨਿਆ ਜਾਂਦਾ ਹੈ, ਜੁੜ ਜਾਂਦਾ ਹੈ, ਇਸੇ ਤਰ੍ਹਾਂ ਨਾਮ ਰੂਪੀ ਚਰਨਾਂ ਦੇ ਨਾਲ ਵਾਹਿਗੁਰੂ ਪਿਆਰਿਆਂ ਦਾ ਜਿਹੜਾ ਮਨ ਹੈ ਨਾ, ਉਹ ਭੌਰੀ ਦੀ ਤਰ੍ਹਾਂ ਵਿੰਨਿਆ ਜਾਂਦਾ ਹੈ, ਜੁੜ ਜਾਂਦਾ ਹੈ। ਦਰਸ਼ਨ ਲਗੜਾ ਸ਼ਾਹ, ਉਹ ਜਿਹੜਾ ਸ਼ਾਹਾਂ ਦਾ ਸ਼ਾਹ ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਪਾਤਸ਼ਾਹਾਂ ਨੂੰ ਵੀ ਪਾਤਸ਼ਾਹੀਆਂ ਦੇਣ ਵਾਲਾ ਹੈ। ਇਸ ਕਰਕੇ ਸਤਿਗੁਰਾਂ ਦੀ ਜਦ ਸਿਫਤ ਕਰਨੀ ਹੋਵੇ, ਨਿਰੇ ਪਾਤਸ਼ਾਹ ਨਹੀਂ, ਪਾਤਸ਼ਾਹ ਦੇ ਪਾਤਸ਼ਾਹ ਕਹਿਣਾ ਚਾਹੀਦਾ ਹੈ। ਸਤਿਗੁਰਾਂ ਨੂੰ, ਪਾਤਸ਼ਾਹਾਂ ਨੂੰ ਵੀ ਪਾਤਸ਼ਾਹੀਆਂ ਦੇਣ ਵਾਲੇ ਹਨ। ਉਹ ਜੋ ਵਾਹਿਗੁਰੂ ਪਰਮੇਸ਼ਰ ਪਾਤਸ਼ਾਹ ਦਾ ਪਾਤਸ਼ਾਹ ਹੈ, ਉਸ ਦੇ ਕਹਿੰਦੇ ਦਰਸ਼ਨਾਂ ਦੇ ਵਿੱਚ ਹੀ ਵਾਹਿਗੁਰੂ ਪਿਆਰਿਆਂ ਦਾ ਮਨ ਜਿਹੜਾ ਹੈ ਨਾ, ਉਹ ਜੁੜਿਆ ਰਹਿੰਦਾ ਹੈ, ਲੱਗਾ ਰਹਿੰਦਾ ਹੈ। ਜਿੱਧਰ ਜਿੱਧਰ ਵੇਖਦੇ ਹਨ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਹੀ ਦਿਖਾਈ ਦਿੰਦਾ ਹੈ। ਹੋਰ ਧਿਆਨ ਬਾਹਰ ਮੁੱਖ ਜਾਂਦਾ ਹੀ ਨਹੀਂ ਹੈ। ਇੱਕ ਗੁਰਮੁਖ ਪਿਆਰੇ ਹੋਏ ਹਨ ਰਘਬੀਰ ਸਿੰਘ ਜੀ ਵੀਰ, ਉਹਨਾਂ ਦੀਆਂ ਬੜੀਆਂ ਸੁੰਦਰ ਪੁਸਤਕਾਂ ਹਨ। ਉਹਨਾਂ ਇੱਕ ਬਚਨ ਲਿਖਿਆ ਹੈ, ਕਹਿੰਦੇ ਮੈਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ ਗਿਆ। ਉਹ ਸੰਗਤ ਦੇ ਵਿੱਚ ਬਹੁਤ ਵਾਰੀ ਇਹ ਸ਼ਬਦ ਸੰਗਤ ਦੇ ਕੋਲੋਂ ਪੜ੍ਹਾਇਆ ਕਰਦੇ ਸਨ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਨਾਲੇ ਉਹਨਾਂ ਕਹਿਣਾ, ਸਾਧ ਸੰਗਤ ਜੀ ਜਗ ਦੀ ਜੋਤ ਨੂੰ ਜਪੋ। ਜਿੱਥੇ ਆਪ ਜਗ ਦੀ ਜੋਤ ਦਾ ਦੀਦਾਰ ਕਰਦੇ ਸਨ, ਉੱਥੇ ਕਹਿੰਦੇ ਐਸੇ ਐਸੇ ਸਤ ਸੰਗੀ ਵੀ ਸਨ, ਉਹਨਾਂ ਨੂੰ ਵੀ ਝਲਕ ਮਿਲ ਜਾਂਦੀ ਸੀ। ਸੰਤ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ, ਉਹਨਾਂ ਦੀ ਸੰਗਤ ਦੇ ਵਿੱਚ ਵੀ ਇੱਕ ਪ੍ਰੇਮੀ ਉੱਠ ਕੇ ਆਖਣ ਲੱਗਾ ਵੀ ਮੈਨੂੰ ਕਲਗੀਆਂ ਵਾਲੇ ਦੀ ਕਲਗੀ ਦੀ ਝਲਕ ਮਿਲ ਰਹੀ ਹੈ। ਕਲਗੀ ਦੇ ਲਿਸ਼ਕਾਰੇ ਪੈ ਰਹੇ ਹਨ। ਮਹਾਂਪੁਰਸ਼ ਆਖਣ ਲੱਗੇ ਜਿਨ੍ਹਾਂ ਸਤਿਗੁਰਾਂ ਦੇ ਨਾਲ ਪਿਆਰ ਕਰੀਏ ਨਾ, ਉਹ ਫਿਰ ਆਪਣੀ ਝਲਕ ਵਿਖਾਲ ਦਿੰਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਜੋ ਵਾਹਿਗੁਰੂ ਦੇ ਪਿਆਰੇ ਹਨ, ਵਾਹਿਗੁਰੂ ਦੇ ਦੀਦਾਰ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਉਹਨਾਂ ਦਾ ਧਿਆਨ ਬਾਹਰ ਮੁੱਖ ਨਹੀਂ ਹੁੰਦਾ ਹੈ। ਦਰਸ਼ਨ ਲਗੜਾ ਸ਼ਾਹ, ਪਾਤਸ਼ਾਹ ਦੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਓਟ ਗੋਬਿੰਦ ਗੋਪਾਲ ਰਾਈ, ਸੇਵਾ ਸੁਆਮੀ ਲਾਹ। ਉਹ ਵਾਹਿਗੁਰੂ ਪਰਮੇਸ਼ਰ ਜੋ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਪਾਲਣਹਾਰ ਹੈ, ਰਾਜਿਆਂ ਦਾ ਮਹਾਰਾਜਾ ਹੈ, ਉਸ ਦੀ ਸੇਵਾ ਦਾ, ਉਸ ਦੇ ਸਿਮਰਨ ਦਾ ਲਾਹਾ ਖੱਟਦੇ ਰਹਿੰਦੇ ਹਨ। ਵਿਖਿਆ ਪੋਹੇ ਨਾ ਸਕਈ, ਮਿਲ ਸਾਧੂ ਗੁਣ ਗਾਹ। ਜੋ ਸਾਧੂਆਂ ਦੀ, ਗੁਰਮੁਖਾਂ ਦੀ ਸੰਗਤ ਦੇ ਵਿੱਚ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ, ਉਹਨਾਂ ਨੂੰ ਕਹਿੰਦੇ ਸੰਸਾਰ ਦੀ ਬਿਖ ਰੂਪ ਮਾਇਆ ਜੋ ਹੈ ਉਹ ਪਹੁੰਚਦੀ ਨਹੀਂ ਹੈ। ਰਹਿੰਦੇ ਹਨ ਮਾਇਆ ਦੇ ਵਿੱਚ, ਪਰ ਕਹਿੰਦੇ ਮਾਇਆ ਉਹਨਾਂ ਨੂੰ ਵਿਆਪਦੀ ਨਹੀਂ, ਮਾਇਆ ਦਾ ਸੇਕ ਉਹਨਾਂ ਨੂੰ ਲੱਗਦਾ ਨਹੀਂ ਹੈ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹ। ਉਹ ਜੋ ਜੀਵ ਆਤਮਾ ਜਿਸ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਤੋਂ ਉਪਜੀ ਸੀ, ਪੈਦਾ ਹੋਏ ਸੀ, ਉਸੇ ਦੇ ਵਿੱਚ ਹੀ ਮਿਲੀ ਰਹਿੰਦੀ ਹੈ। ਸੱਚੀ ਪ੍ਰੀਤ ਦੁਆਰਾ ਉਹਨਾਂ ਦੀ ਸਮਾਈ ਹੋਈ ਰਹਿੰਦੀ ਹੈ। ਕਰ ਗਹਿ ਲੀਨੀ ਪਾਰ ਬ੍ਰਹਮ, ਬਾਹੁੜ ਨਾ ਵਿਛੁੜੀ ਆਹ। ਉਹ ਵਾਹਿਗੁਰੂ ਪਰਮੇਸ਼ਰ ਪ੍ਰਭੂ ਪਤੀ ਜੀਵ ਰੂਪ ਇਸਤਰੀ ਨੂੰ ਉਸ ਦੇ ਹੱਥ ਤੋਂ ਪਕੜ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਕਹਿੰਦੇ ਐਸਾ ਮਿਲਾਉਂਦਾ ਹੈ ਫਿਰ ਕਦੇ ਵਾਸਤੇ ਵਿਛੋੜਾ ਹੁੰਦਾ ਹੀ ਨਹੀਂ ਹੈ।
ਮਾਣਯੋਗ ਮਸਕੀਨ ਸਾਹਿਬ ਜੀ ਕਿਹਾ ਕਰਦੇ ਸਨ ਵੀ ਜਿਹੜੇ ਕਹਿੰਦੇ ਹਨ ਵੀ ਕਦੇ ਸਾਡੇ ਉੱਪਰ ਬੜੀ ਕਿਰਪਾ ਸੀ, ਅੱਜ ਨਹੀਂ। ਕਦੇ ਬੜੀ ਅਵਸਥਾ ਸੀ ਪਰ ਅੱਜ ਨਹੀਂ। ਕਹਿੰਦੇ ਗੱਲ ਇਹ ਹੈ ਵੀ ਕਿਰਪਾ ਹੋਈ ਨਹੀਂ, ਮਾੜੀ ਮੋਟੀ ਕਿਧਰੇ ਝਲਕ ਮਿਲ ਗਈ ਹੋਵੇਗੀ, ਉਹਨੂੰ ਹੀ ਬਹੁਤ ਸਮਝ ਲਿਆ। ਕਹਿੰਦੇ ਜਦੋਂ ਕਿਰਪਾ ਹੋ ਜਾਂਦੀ ਹੈ ਨਾ, ਕੋਈ ਗਵਾਚਣ ਵਾਲੀ ਚੀਜ਼ ਨਹੀਂ ਹੈ, ਇਹ ਫਿਰ ਸਦਾ ਹੀ ਬਣੀ ਰਹਿੰਦੀ ਹੈ। ਜੇ ਤੇ ਹੋ ਗਏ ਉਹ ਫਿਰ ਕਦੇ ਵਾਸਤੇ ਡੋਲਦੇ ਨਹੀਂ, ਆਪਣੇ ਇਰਾਦਿਆਂ ਦੇ ਵਿੱਚ ਪੱਕੇ ਹੁੰਦੇ ਹਨ, ਦ੍ਰਿੜ ਹੁੰਦੇ ਹਨ। ਨਾ ਕੋਈ ਇਹਨਾਂ ਨੂੰ ਲਾਲਚ ਡੁਲਾ ਸਕਦਾ ਹੈ, ਨਾ ਉਹਨਾਂ ਨੂੰ ਕੋਈ ਕਿਸੇ ਦਾ ਡਰ ਦਬਾ ਹੀ ਦਬਾ ਸਕਦਾ ਹੈ। ਕਹਿੰਦੇ ਫਿਰ ਕਦੇ ਵਾਸਤੇ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਵਿਛੋੜਾ ਨਹੀਂ ਹੁੰਦਾ ਹੈ। ਬਾਹਰ ਜਾਓ ਲਖ ਬੇਰੀਆ, ਹਰ ਸਜਣ ਅਗਮ ਅਗਾਹ। ਐਸੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਸੱਜਣ ਤੋਂ ਕਹਿੰਦੇ ਅਸੀਂ ਬਾਰ-ਬਾਰ ਸਦਕੇ ਜਾਂਦੇ ਹਾਂ। ਜੋ ਅਗਮ ਹੈ, ਗਮਤਾ ਤੋਂ ਰਹਿਤ ਹੈ, ਗੈਰ ਗੰਭੀਰ ਹੈ, ਉਸ ਤੋਂ ਲੱਖਾਂ ਵਾਰੀ ਸਦਕੇ ਕੁਰਬਾਨ ਜਾਂਦੇ ਹਾਂ। ਸਰਮ ਪਈ ਨਾਰਾਇਣ, ਨਾਨਕ ਦਰ ਪਈਆਹ। ਉਹ ਜੋ ਨਾਰਾਇਣ ਵਿਆਪਕ ਵਾਹਿਗੁਰੂ ਪਰਮੇਸ਼ਰ ਹੈ, ਕਹਿੰਦੇ ਉਸ ਦੇ ਦਰ ਦੇ ਉੱਪਰ ਜਿਹੜੇ ਡਿੱਗ ਪੈਂਦੇ ਹਨ, ਡਰ ਡਿੱਗਿਆਂ ਹੋਇਆਂ ਦੀ ਵਾਹਿਗੁਰੂ ਪਰਮੇਸ਼ਰ ਨੂੰ ਫਿਰ ਲਾਜ ਹੁੰਦੀ ਹੈ, ਸ਼ਰਮ ਹੁੰਦੀ ਹੈ। ਦਰ ਤੇ ਪਿਆ ਹੋਇਆਂ ਨੂੰ ਉਹ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮ। ਸ਼ਰਨ ਪਿਆ ਹੋਇਆਂ ਦੀ ਸ਼ਰਮ ਹੁੰਦੀ ਹੈ। ਭਾਈ ਮਰਦਾਨਾ ਜੀ ਫਸ ਜਾਂਦੇ ਹਨ ਨਾ ਕਿਧਰੇ ਜਾਦੂਗਰਨੀਆਂ ਦੇ ਟੂਣੇ ਟਾਮਣਿਆਂ ਦੇ ਵਿੱਚ, ਕਦੇ ਕੌਡੇ ਰਾਖਸ਼ ਦੇ ਚੁੰਗਲ ਦੇ ਵਿੱਚ। ਮਹਾਰਾਜ ਫਿਰ ਕਿਰਪਾ ਭਰੀ ਦ੍ਰਿਸ਼ਟੀ ਪਾਉਂਦੇ ਹਨ। ਤਪਤ ਕੜਾਹਾ ਬੁਝ ਗਇਓ, ਗੁਰ ਸੀਤਲ ਨਾਮ ਦਿਓ। ਭਾਈ ਬਾਲਾ ਜੀ ਆਖਦੇ ਹਨ ਮਹਾਰਾਜ ਫਸਿਆ ਰਹਿਣ ਦਿਓ, ਤੁਹਾਡਾ ਬਚਨ ਨਹੀਂ ਮੰਨਦਾ। ਆਖਣ ਲੱਗੇ ਨਹੀਂ ਭਾਈ ਬਾਲਾ ਜੀ, ਸੁਣ ਸ਼ਰੁਤ ਬਾਲਾ, ਬੁੱਧ ਵਿਸਾਲਾ, ਸੰਗ ਲਈ ਕੀ ਲਾਜ। ਜਿਨ੍ਹਾਂ ਨੂੰ ਨਾਲ ਲੈ ਲਈ ਉਹਨਾਂ ਦੀ ਫਿਰ ਲਾਜ ਰੱਖਣੀ ਪੈਂਦੀ ਹੈ। ਬਹੁ ਭੂਖ ਸੁਭਾਉ ਮਤ ਨ ਕਾਉ, ਆਖਣ ਲੱਗੇ ਪੁੰਨ ਤਿੰਨ ਸਿਉ ਹਮ ਕਾਜ। ਦੇਖੋ ਧੰਨ ਹਨ ਸਤਿਗੁਰੂ। ਸਤਿਗੁਰੂ ਨੂੰ ਕਿਧਰੇ ਸਿੱਖਾਂ ਦੀ ਥੋੜ੍ਹੀ ਥੋੜ ਹੁੰਦੀ ਹੈ, ਕੋਈ ਕੀਰਤਨੀਆਂ ਦੀ ਥੋੜ੍ਹੀ ਥੋੜ ਹੁੰਦੀ ਹੈ। ਜਿਹਨੂੰ ਮਰਜ਼ੀ ਕੀਰਤਨੀਆਂ ਬਣਾ ਦੇਣ, ਜਿਹਨੂੰ ਮਰਜ਼ੀ ਗਿਆਨੀ ਬਣਾ ਦੇਣ। ਮੂਰਖਾਂ ਨੂੰ ਮਹਾਰਾਜ ਪੰਡਤ ਬਣਾ ਦਿੰਦੇ ਹਨ, ਪਰ ਉਹ ਵੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਸਤਿਗੁਰੂ ਕਹਿ ਦਿੰਦੇ ਹਨ ਵੀ ਸੇਵਾ ਤੇਰੇ ਕੋਲੋਂ ਲੈਣੀ ਹੈ। ਆਖਣ ਲੱਗੇ ਸਾਨੂੰ ਮਰਦਾਨੇ ਦੇ ਨਾਲ ਕੰਮ ਹੈ, ਇਹਦੇ ਕੋਲੋਂ ਸੇਵਾ ਲੈਣੀ ਹੈ। ਪੁੰਨ ਤਿੰਨ ਸਿਉ ਹਮ ਕਾਜ। ਜਿਹੜੇ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਉਹਨਾਂ ਦੀ ਫਿਰ ਮਾਲਕ ਆਪ ਲਾਜ ਰੱਖਦੇ ਹਨ। ਭੂਖ ਸੁਹੰਦਾ ਸਰਬ ਸੁਖ, ਜਿਸ ਬਖਸ਼ੀ ਵੇ ਪਰਵਾਹ। ਜੋ ਦੇ ਮਹੀਨੇ ਦੁਆਰਾ ਮਹਾਰਾਜ ਸਮਝਾਉਂਦੇ ਹਨ, ਉਹਨਾਂ ਗੁਰਮੁਖਾਂ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਬੇਪਰਵਾਹ ਵਾਹਿਗੁਰੂ ਪਰਮੇਸ਼ਰ ਬਖਸ਼ ਲੈਂਦਾ ਹੈ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਜਿਹੜੇ ਕਹਿੰਦੇ ਹਨ ਵੀ ਮੈਂ ਇੰਨੇ ਚੰਗੇ ਕੰਮ ਕੀਤੇ, ਮੇਰੇ ਨਾਲ ਨਿਆਂ ਕਰ, ਮੇਰੇ ਨਾਲ ਅਦਲ ਕਰ, ਉਹ ਨਹੀਂ ਬਖਸ਼ੇ ਜਾਂਦੇ। ਜਿਹੜੇ ਕਹਿੰਦੇ ਮਾਲਕ ਕੁਝ ਚੰਗੇ ਕੀਤੇ, ਕੁਝ ਮਾੜੇ ਕੀਤੇ, ਮੈਨੂੰ ਨਹੀਂ ਪਤਾ ਵੀ ਕਿੰਨੇ ਚੰਗੇ ਹੋ ਗਏ ਕਿੰਨੇ ਮਾੜੇ ਹੋ ਗਏ, ਤੂੰ ਗਿਣਤੀਆਂ ਮਿਣਤੀਆਂ ਨਾ ਕਰ, ਤੂੰ ਮੇਰੇ ਉੱਪਰ ਫਜ਼ਲ ਕਰ, ਮਿਹਰ ਕਰ। ਫਿਰ ਕਹਿੰਦੇ ਮਾਲਕ ਜਿਨ੍ਹਾਂ ਤੇ ਫਜ਼ਲ ਕਰਦਾ ਹੈ, ਜਿਨ੍ਹਾਂ ਤੇ ਮਿਹਰ ਕਰਦਾ ਹੈ, ਜਿਨ੍ਹਾਂ ਨੂੰ ਬਖਸ਼ ਲੈਂਦਾ ਹੈ, ਉਹ ਫਿਰ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੋਹ ਦੇ ਮਹੀਨੇ ਦੁਆਰਾ ਐਸੇ ਸਤਿਪੁਰਸ਼ਾਂ ਦੀ ਮਹਿਮਾ ਜਿਹੜੀ ਹੈ ਵਰਣਨ ਕੀਤੀ ਹੈ, ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਰਹਿੰਦੇ ਹਨ। ਸਤਿਗੁਰੂ ਜੀ ਸਭਨਾਂ ਦੇ ਉੱਪਰ ਮਿਹਰਾਮਤ ਕਰਨ।
ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਸਰਮ ਪਈ ਨਾਰਾਇਣ, ਨਾਨਕ ਦਰ ਪਈਆ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।